ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗੀ ਹੋ ਜੋ ਵੀ ਸਮੂਹ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਅੰਮ੍ਰਿਤ ਵੇਲੇ ਦੀ ਸਾਂਭ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਦਾਤੇ ਨੇ ਮਿਹਰ ਕੀਤੀ, ਸੇਵਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸਤ ਸੰਗਤ ਦੇ ਮਹਾਨ ਕੁੰਭ ਬਖਸ਼ਿਸ਼ ਕੀਤੇ ਨੇ ਮਹਾਰਾਜ ਨੇ। ਵੱਡਿਆਂ ਕਰਮਾਂ ਦੁਆਰਾ ਪ੍ਰੇਮੀਓ ਸਤ ਸੰਗਤ ਰੂਪੀ ਸੱਚਖੰਡੀ ਦਰਬਾਰਾ ਸਾਨੂੰ ਪ੍ਰਾਪਤ ਹੋਇਆ ਹੈ। ਲੜੀਵਾਰ ਕਥਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਾਨੂੰ ਮਿਲੀ ਹੈ ਤੇ ਕਰਮਾਂ ਵਾਲੇ ਮਾਈ ਭਾਈ ਇਸ ਸਮੇਂ ਦਾ ਲਾਹਾ ਲੈਂਦੇ ਨੇ। ਤੇ ਆਓ ਗੁਰਮੁਖੋ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਯਤਨ ਕਰੀਏ, ਜਿੰਨਾ ਕੁ ਸਮਾਂ ਮਹਾਰਾਜ ਦੇ ਚਰਨਾਂ 'ਚ ਬਹਿਣਾ ਆਉਣਾ ਸੁਣਨਾ ਬਹਿ ਕੇ, ਸਾਡਾ ਸਭ ਦਾ ਸਮਾਂ ਲੇਖੇ ਲੱਗ ਜਾਏ। ਇੱਥੇ ਗੁਜ਼ਰੇ ਸਾਹਾਂ ਦੀ ਕੁਛ ਕੀਮਤ ਬਣੇ ਨਹੀਂ। ਭਾਈ ਰੇ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ। ਸਾਰਾ ਜਨਮ ਹੀ ਬਿਰਥਾ ਚਲਾ ਜਾਣਾ। ਸਮੇਂ ਦਾ ਲਾਹਾ ਲਈਏ ਭਾਈ। ਕੱਲ ਜੋ ਵਿਚਾਰ ਰਹੇ ਸਾਂ
ਕਿ ਮਾਇਆ ਦੀ ਅਪਣੱਤ ਕਰਕੇ ਬੰਦਾ ਰੱਬ ਵੱਲੋਂ ਉਚੇਤ ਰਹਿੰਦਾ ਹੈ। ਪਦਾਰਥਾਂ ਦਾ ਮੋਹ ਜਿਹੜਾ ਹੈ ਬੰਦੇ ਨੂੰ ਬਿਨਾਂ ਦੰਦਾਂ ਤੀਓਂ ਖਾ ਜਾਂਦਾ ਹੈ। ਆਪਣੇ ਨਿੱਜ ਸਰੂਪ ਦੀ ਉਹ ਪਛਾਣ ਨਹੀਂ ਕਰਦਾ, ਮੈਂ ਕੌਣ ਹਾਂ। ਜਿਵੇਂ ਕਹਿੰਦੇ ਸੱਪਣੀ ਆਪਣੇ ਕੁੰਡਲ ਵਿੱਚ ਆਏ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸੇ ਤਰ੍ਹਾਂ ਆ ਜਿਹੜੀ ਮਾਇਆ ਦੀ ਪਣਤ ਹੈ, ਮਾਇਆ ਮਮਤਾ ਮੂੰਹ ਨਹੀਂ ਜਿਹਨੇ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਧਰੇ, ਜਿਹਨੇ ਸੱਚ ਨਾਮ ਚਿੱਤ ਲਾਇਆ। ਮਨਮੁਖ ਖਾਧੇ ਗਏ ਜਿਹੜੇ ਮਨ ਦੇ ਪਿੱਛੇ ਤੁਰਦੇ ਨੇ, ਔਰ ਗੁਰਮੁਖ ਜਿਹੜੇ ਆ ਉਹਨਾਂ ਦਾ ਉਧਾਰ ਹੋ ਗਿਆ, ਉਹਨਾਂ ਨੇ ਸੱਚੇ ਦੇ ਨਾਲ ਚਿੱਤ ਲਾ ਲਿਆ ਜੀ। ਸੋ ਸੱਚੇ ਮਾਲਕ ਦੇ ਨਾਲ ਜੁੜਨ ਦਾ ਯਤਨ ਕਰੀਏ ਭਾਈ। ਭਰਮ ਪੁਲੀਡੋ ਹਾਗਣੀ ਨਾ ਫਿਰ ਅੰਕ ਸਮਾਏ। ਕਹਿੰਦੇ ਫਿਰ ਜੋ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਭਰਮ ਦੇ ਵਿੱਚ ਭੁੱਲ ਜਾਂਦੇ ਆ, ਉਹ ਛੁੱਟੜ ਹੋ ਜਾਂਦੇ ਨੇ। ਉਹ ਆਪਣੇ ਇਸ਼ਟ ਨੂੰ, ਪਤੀ ਨੂੰ, ਪਰਮੇਸ਼ਰ ਨੂੰ ਨਹੀਂ ਮਿਲ ਸਕਦੇ। ਉਹ ਸੰਸਾਰਕਾਰ ਹੋ ਕੇ ਛੁੱਟੜ ਇਸਤਰੀ ਦੀ ਨਿਆਈ ਬਣੇ ਰਹਿੰਦੇ ਨੇ। ਕਹਿੰਦੇ ਪਤੀ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਲੀਨ ਨਹੀਂ ਕਰਦਾ ਉਹਨਾਂ ਨੂੰ, ਤੇ ਉਹ ਉਹਦੇ ਪ੍ਰੇਮ ਦੇ ਵਿੱਚ ਲੀਨ ਨਹੀਂ ਹੋ ਸਕਦੇ, ਐਦਾਂ ਹੀ ਭਟਕਦੇ ਤੁਰ ਜਾਂਦੇ ਆ। ਅਗਲਾ ਉਪਦੇਸ਼ ਮਹਾਰਾਜ ਕਹਿੰਦੇ ਆ, ਭੁੱਲੀ ਫਿਰੈ ਦਸੰਤਰੀ, ਭੁੱਲੀ ਗ੍ਰਹਿ ਤਜ ਜਾਏ। ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ ਰੂਪ ਇਸਤਰੀ ਜਿਹੜੀ ਹੈ, ਸ੍ਰਿਸ਼ਟੀ ਪ੍ਰਮਾਤਮਾ ਨੂੰ ਲੱਭਣ ਲਈ ਦਸੰਤਰੀ ਕਹੀਏ, ਚਾਰੇ ਦਿਸ਼ਾਵਾਂ ਦੇ ਵਿੱਚ ਭਟਕਦੀ ਫਿਰਦੀ ਆ। ਕੋਈ ਦੱਖਣ ਦੇਸ਼ ਵਿੱਚ, ਕੋਈ ਪੱਛਮ ਦੇ ਵਿੱਚ ਰੱਬ ਨੂੰ ਲੱਭਦਾ ਫਿਰਦਾ। ਕਬੀਰ ਸਾਹਿਬ ਜੀ ਕਹਿੰਦੇ ਆ, ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹਿ ਮੁਕਾਮਾ। ਹਿੰਦੂ ਵੀਰ ਕਹਿੰਦੇ ਭਗਵਾਨ ਜਿਹੜਾ ਦੱਖਣ ਦੇ ਵਿੱਚ ਰਹਿੰਦਾ ਹੈ, ਕਿਉਂਕਿ ਦੱਖਣ ਦੇ ਵਿੱਚ ਦਵਾਰਕਾਪੁਰੀ ਆ। ਤੇ ਮੁਸਲਿਮ ਵੀਰ ਕਹਿੰਦੇ ਆ ਉਹ ਪੱਛਮ 'ਚ ਰਹਿੰਦਾ ਹੈ, ਕਿਉਂਕਿ ਪੱਛਮ ਦੇ ਵਿੱਚ ਮੱਕਾ ਹੈ, ਕਾਬਾ। ਇਸੇ ਪ੍ਰਕਾਰ ਕੋਈ ਚੜ੍ਹਦੇ ਪਾਸੇ ਪਰਮਾਤਮਾ ਨੂੰ ਲੱਭਦਾ ਫਿਰਦਾ, ਕੋਈ ਕਿਧਰੇ, ਕੋਈ ਛਿਪਦੇ, ਕੋਈ ਦੱਖਣ 'ਚ। ਆਪੋ ਆਪਣੀਆਂ ਮਨੌਤਾਂ। ਉਹ ਕਹਿੰਦੇ ਅਗਿਆਨ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਜਿਹੜੀ ਆ, ਆ ਸ੍ਰਿਸ਼ਟੀ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਚਲੀ ਜਾਂਦੀ ਆ। ਭਾ ਮਨਮੁਖ ਪੁਰਸ਼ਾਂ ਦੀਆਂ ਦਿਸ਼ਾ ਜੋ ਬਿਰਤੀਆਂ ਨੇ, ਉਹ ਭਰਮ ਦੇ ਵਿੱਚ ਭੁੱਲੀਆਂ ਫਿਰਦੀਆਂ ਨੇ। ਕਦੇ ਪ੍ਰਮਾਣ, ਕਦੇ ਵਿਪਰਜੇ, ਕਦੇ ਨਿੰਦਰਾ, ਕਦੇ ਸਿਮਰਤੀ। ਇਹ ਦਿਸ਼ਾ ਦੇ ਵਿੱਚ ਬਿਰਤੀਆਂ ਭੁੱਲਦੀਆਂ ਨੇ। ਸਾਧ ਸੰਗਤ ਰੂਪ ਘਰ ਨੂੰ ਛੱਡ ਕੇ ਉਹ ਭੁੱਲੀ ਹੋਈ ਅਗਿਆਨੀਆਂ ਦੀ ਬਿਰਤੀ ਸੰਸਾਰ ਰੂਪ ਉਜਾੜ ਵਿੱਚ ਜਾ ਰਹੀ ਆ। ਕਹਿੰਦੇ ਭੁੱਲੀ ਹੋਈ ਜੀਵ ਰੂਪ ਇਸਤਰੀ ਸ੍ਰਿਸ਼ਟੀ ਸਰੂਪ ਰੂਪੀ ਤੁਰੀਆ ਪਦ ਰੂਪੀ ਘਰ ਨੂੰ ਛੱਡ ਕੇ ਉਹ ਜੂਨਾਂ ਦੇ ਵਿੱਚ ਭਟਕਦੇ ਨੇ। ਭੁੱਲੀ ਡੂੰਗਰ ਥਲ ਚੜ੍ਹੈ, ਭਰਮੈ ਮਨ ਡੋਲਾਏ। ਭੁੱਲੀ ਹੋਈ ਜੀਵ ਰੂਪ ਇਸਤਰੀ ਜਿਹੜੀ ਹੈ, ਆ ਸ੍ਰਿਸ਼ਟੀ ਕਦੇ ਡੂੰਗਰ ਕਹੀਏ, ਪਹਾੜ,
ਕਦੇ ਥਲ ਕਹੀਏ ਮਾਰੂ ਥਲਾਂ ਦੇ ਟਿੱਬਿਆਂ ਤੇ ਜਾ ਚੜ੍ਹਦੀ ਆ, ਭਾਵ ਪਰਮਾਤਮਾ ਨੂੰ ਲੱਭਣ ਲਈ। ਕਦੇ ਉੱਚੇ ਪਰਬਤ, ਕਦੇ ਕੈਲਾਸ, ਸਮੇਰ ਪਰਬਤ, ਹੋਰ ਬੜੇ ਬੜੇ ਹਿਮਾਲਿਆ ਪਰਬਤ ਨੇ, ਪਹਾੜ ਨੇ, ਕਿ ਉੱਥੇ ਜਾ ਕੇ ਰੱਬ ਮਿਲਣਾ ਹੈ। ਉੱਥੇ ਜਾ ਕੇ ਚੜ੍ਹ ਜਾਂਦੇ ਆ, ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗੇ, ਉਹਨਾਂ ਦਾ ਮਤਾ ਹੁੰਦਾ ਹੈ। ਕੋਈ ਕਹਿੰਦੇ ਮਾਰੂਥਲ ਦੇ ਤੱਤੇ ਰੇਤਿਆਂ 'ਚ ਆਪਣਾ ਜੀਵਨ ਬਰਬਾਦ ਕਰ ਦਿੰਦੇ ਨੇ। ਇਸ ਤਰ੍ਹਾਂ ਭੁੱਲ ਕੇ ਸ੍ਰਿਸ਼ਟੀ, ਡੂੰਗਰ, ਸਵਰਗ ਰੂਪ ਪਹਾੜਾਂ ਤੇ ਚੜ੍ਹਨ ਦੀ ਇੱਛਾ ਨਾਲ ਅਨੇਕਾਂ ਕਰਮ ਕਰਦੇ ਨੇ। ਮਨ ਵਿੱਚ ਧਾਰਨ ਕਰ ਲੈਂਦਾ ਬੰਦਾ, ਮੈਂ ਸਵਰਗ ਲੋਕ ਜਾਣਾ ਹੈ। ਇਹ ਵੀ ਮੰਨੋ ਕਿ ਪਹਾੜ ਦੇ ਚੜ੍ਹਨ ਦੀ ਨਿਆਈ ਆ, ਇੱਛਾ ਹੈ, ਤੇ ਬੰਦਾ ਫਿਰ ਉਹ ਇੱਛਾਵਾਂ ਦੇ ਅਧੀਨ ਹੋ ਕੇ ਅਨੇਕੀ ਕਰਮ ਕਰਦਾ ਹੈ ਕਿ ਸਵਰਗ ਲੋਕ ਪ੍ਰਾਪਤ ਹੋਵੇ। ਤੇ ਕਈ ਪਰਮਾਤਮਾ ਤੋਂ ਨਿਸਰਤਕ ਪੁਣੇ ਵਿੱਚ ਮਾਰੂਥਲਾਂ ਦੀ ਨਿਆਈ, ਭਾਵ ਸ਼ਰਧਾ ਨਹੀਂ ਰਹਿੰਦੀ। ਉਹ ਫਿਰ ਮਾਰੂਥਲਾਂ ਦੀ ਨਾਈ, ਭੂਤ ਪ੍ਰੇਤਾਂ ਦੀ ਉਪਾਸਨਾ ਵਿੱਚ ਭੁੱਲੇ ਫਿਰਦੇ ਨੇ। ਆਹ ਮੜੀ ਪੂਜ ਲਓ, ਆਹ ਮੜੀ ਪੂਜ ਲਓ, ਪੂਜੀ ਜਾਓ। ਜੋ ਬਾਣੀ ਕਹਿੰਦੀ ਆਪਾਂ ਉਹ ਵੀ ਵਿਚਾਰ ਕਰਨੇ ਆ। ਮਹਾਰਾਜ ਕਹਿੰਦੇ ਮੜੀ ਮਸਾਣੀ ਮੂੜੇ ਜੋਗ ਨਾਹੇ। ਉਹ ਮੂਰਖ ਬੰਦੇ ਆ, ਆ ਮੜੀ ਮਸਾਣੀ ਪੂਜਣ ਨਾਲ ਨਾ ਜੋਗ ਨਾਹੀਂ, ਤੂੰ ਜੁੜ ਨਹੀਂ ਸਕਦਾ। ਹਾਂ, ਜੋ ਤੂੰ ਜਿੱਧਰ ਨੂੰ ਜੁੜੇਗਾ ਨਾ ਉਹ ਜ਼ਰੂਰ ਬਣ ਸਕਣਾ। ਕਹਿੰਦੇ ਉਹਨਾਂ ਜੀਵਾਂ ਦੇ ਮਨ ਭਰਮ ਦੇ ਵਿੱਚ ਪੈ ਕੇ ਡੋਲਦੇ ਰਹਿੰਦੇ ਨੇ, ਜਿਵੇਂ ਚੰਡੋਲ ਡੋਲਦਾ। ਇਸ ਤਰ੍ਹਾਂ ਉਹ ਆਪਣੇ ਮਨ ਨੂੰ ਮਾਇਆ ਦੇ ਡੋਲ ਵਿੱਚ ਡੁਲਾ ਰਹੇ ਨੇ। ਧੁਰੋਂ ਬਸ਼ੁੰਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਕਹਿੰਦੇ ਜਿਹੜੀ ਰੂਹ ਧੁਰੋਂ ਹੀ, ਆਦਿ ਤੋਂ ਹੀ ਆਪਣੇ ਧੁਰੇ ਭਾਵ ਪਰਮਾਤਮਾ ਦੇ ਵੱਲੋਂ, ਭਾਵ ਜੋ ਉਹਦੇ ਨਾਲ ਲਿਵ ਜੁੜੀ ਸੀਗੀ, ਉਹ ਲਿਵ ਵੱਲੋਂ ਵਿਸ਼ੁੰਨੀ ਭਾਵ ਵਿਛੜ ਚੁੱਕੀ ਆ, ਜਿਹਦਾ ਵਿਛੋੜਾ ਪੈ ਗਿਆ, ਉਹ ਅੰਤਰਮੁਖ ਹੋ ਕੇ ਪਰਮਾਤਮਾ ਨਾਲ ਕਿਉਂ ਮਿਲਿਆ ਕਿ ਇਹ ਕਿਵੇਂ ਮਿਲ ਸਕਦੀ ਆ। ਹੁਣ ਜਿੱਦਾਂ ਦੇ ਭਾਵ ਉਹ ਉਦਾਂ ਦੇ ਉਹਦੇ ਕਰਮ ਨਹੀਂ ਜਿਹੜੇ ਉਹਨੂੰ ਜੋੜ ਸਕਣ। ਕਰਮ ਏਦਾਂ ਦੇ ਨੇ, ਉਹ ਧੁਰਿਓਂ ਵਿਛੜ ਗਿਆ, ਧੁਰੋਂ ਹੀ। ਇਹ ਜੀਵ ਰੂਪ ਇਸਤਰੀ ਐਵੇਂ ਹੀ ਹੰਕਾਰ ਕਰਦੀ ਆ ਕਿ ਮੈਂ ਇਤਨੇ ਸਾਧਨ ਕੀਤੇ ਨੇ, ਧੂਣੀਆਂ ਤਾਪੀਆਂ, ਜਲ ਧਾਰੇ ਕੀਤੇ, ਤੀਰਥਾਂ ਦੇ ਇਸ਼ਨਾਨ ਕਰਕੇ ਆਏ ਹਾਂ ਅਸੀਂ। ਇਉਂ ਆਪਣੇ ਸਾਧਨਾਂ ਦੇ ਗੁਣਾਂ ਦੇ ਹੰਕਾਰ ਦੇ ਵਿੱਚ ਲੁੱਟੀ ਹੋਈ ਫਿਰ ਅੰਤ ਨੂੰ ਬਿਰਲਾਪ ਕਰਦੀ ਆ, ਪੱਲੇ ਕੁਝ ਨਹੀਂ ਪੈਂਦਾ। ਪੜ੍ਹੋ ਬਾਣੀ, ਅਰਥਾਂ ਨਾਲ ਜੁੜੋ। ਬੜੀ ਵਾਰ ਆਪਾਂ ਸ਼ਬਦ ਦੀ ਵਿਚਾਰ ਕੀਤੀ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਪਿਅੰਗਮ ਸਾਧੇ। ਆ ਪਾਠ ਪੜ੍ਹਨੇ, ਬਾਣੀ ਪੜ੍ਹਨੀ, ਵੇਦ ਸ਼ਾਸਤਰ ਧਾਰਮਿਕ ਪੁਸਤਕਾਂ ਪੜ੍ਹਨੀਆਂ। ਨਿਬਲ ਪਿਅੰਗਮ ਸਦ ਕੁੰਡਲਨੀ ਨਾੜੀ ਰਾਹੀਂ ਸਵਾਸ ਚੜਾ ਲੈਣੇ 10ਵੇਂ ਦੁਆਰ 'ਚ। ਇੱਕ ਆਸਣ ਹੈ, ਅੰਦਰ ਲੀਰਾਂ ਲਿਜਾਣੀਆਂ ਪਾਉਣੀਆਂ, ਉਹਦੇ ਨਾਲ ਅੰਦਰ ਦੀਆਂ ਜਿਹੜੀਆਂ ਨਾੜਾਂ ਨੇ ਨਾ ਬੰਦਾ ਸਾਰੀਆਂ ਸਾਫ਼ ਕਰ ਲੈਂਦਾ। ਸਾਧਨ ਹੈ। ਇਹਦੇ ਨਾਲ ਕੀ ਹੁੰਦਾ ਜੀ? ਪੰਜ ਜਨਾ ਸੋ ਸੰਗ ਨਾ ਸੁੜ ਕਿਓ, ਅਦਕ ਅਹੰ ਬੁੱਧ ਵਾਧੇ। ਇਹਨਾਂ ਨਾਲ ਸੰਗਾ ਬੰਦੇ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਧਦਾ, ਘਟਦਾ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪ੍ਰਭ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਬਾਣੀ ਕਹਿੰਦੀ ਹੈ। ਫਿਰ ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਮਨ ਮਾਹੀ। ਸੁਣ ਲਓ,
ਮੋਨੀ ਬਣ ਗਿਆ, ਬੋਲਣੋਂ ਹਟ ਗਿਆ। ਕਰਪਾਤੀ ਰਹੇ ਹੋ, ਭਾਂਡੇ ਛੱਡ ਤੇ ਵੀ ਭਾਂਡਿਆਂ ਦਾ ਬਰਤਨ ਦਾ ਮੈਂ ਪ੍ਰਯੋਗ ਹੀ ਨਹੀਂ ਕਰਨਾ, ਜਿਹੜਾ ਪ੍ਰਸ਼ਾਦਾ ਲੰਗਰ ਜੋ ਵੀ ਛਕਣਾ ਹੱਥਾਂ ਦੇ ਭਾਂਡਾ ਬਣਾ ਕੇ ਛਕਣਾ। ਕਰਪਾਤੀ ਰਹੇ ਹੋ, ਨਗਨ ਫਿਰਿਓ ਮਨ ਮਾਹੀ, ਜੰਗਲਾਂ 'ਚ ਜਾ ਕੇ ਨੰਗਾ ਘੁੰਮਦਾ ਫਿਰਦਾ। ਤੜ ਤੀਰਥ ਸਭ ਧਰਤੀ ਭਰਮੇ, ਦੁੱਧਾ ਛੁੱਟ ਕੇ ਨਾਹੀ। ਤੜ ਤੀਰਥ ਘੁੰਮ ਦਿੱਤੇ, ਦੁੱਧਾ ਜਿਹੜੀ ਆ ਮੁੱਕੀ ਨਹੀਂ। ਫਿਰ ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰਬਤ ਧਰਾਏ। ਮਨ ਵਿੱਚ ਕਾਮਨਾ ਰੱਖ ਲਈ, ਮੈਂ ਤੀਰਥਾਂ ਤੇ ਜਾ ਕੇ ਵਸਦਾ। ਸਿਰ ਕਰਬਤ, ਕਰਬਤ ਨਾਮ ਆਰੇ ਦਾ, ਇਹ ਸ਼ਿਵ ਜੀ ਦਾ ਆਰਾ ਮੰਨਿਆ ਜਾਂਦਾ ਹੈ। ਆਪਣੇ ਆਪ ਨੂੰ ਬੰਦਾ ਉਹ ਸ਼ਿਵ ਜੀ ਦੇ ਆਰੇ ਦੇ ਨਾਲ ਚਰਵਾ ਲੈਂਦਾ, ਆਪਣੇ ਆਪ ਨੂੰ ਅਮਰਨਾਥ ਦੇ ਵਿੱਚ ਆਪਣੇ ਆਪ ਨੂੰ ਚਰਵਾ ਲੈਂਦਾ ਕਿ ਮੈਂ ਮੁਕਤ ਹੋ ਜਾਊਂ, ਸਾਫ਼ ਹੋ ਜਾਊਂ, ਅੰਦਰ ਦੀ ਮੈਲ ਉੱਡ ਜਾਣੀ ਆ। ਸਿਰ ਕਰਬਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਸਤਿਗੁਰੂ ਕਹਿੰਦੇ ਤਾਂ ਵੀ ਭਾਈ ਅੰਦਰ ਦੀ ਮਨ ਦੀ ਮੈਲ ਨਹੀਂ ਜਾਣੀ, ਐਸੇ ਤੂੰ ਨੇਕੀ ਯਤਨ ਕਰ ਲੈ। ਅੰਨ ਵਸਤਰ ਭੂਮ ਬੋ ਅਰਪੈ ਨੈ ਮਿਲੀਐ ਹਰ ਦਵਾਰਾ। ਅੰਨ ਦਾਨ ਦੇਣ ਵਾਲੇ, ਵਸਤਰ ਦੇਣ ਵਾਲੇ, ਹਾਥੀ ਘੋੜੇ ਹੈਬਰ ਗੈਬਰ ਬਹੁ ਬਿਨ ਦਾਨ ਦਾ ਤਾਰਾ। ਅੰਨ ਵਸਤਰ ਭੂਮ ਬੋ ਅਰਪੈ ਨੈ ਮਿਲੀਐ ਹਰ ਦਵਾਰਾ। ਬੜਾ ਕੁਛ ਹੈ। ਉਹ ਕਹਿੰਦੇ 6 ਕਰਮ ਕਰਨੇ ਖੜ ਕਰਮਾ ਰਤ ਰਹਿਤਾ। ਦਾਨ ਦੇਣਾ ਲੈਣਾ, ਪੂਜਾ ਪੜ੍ਹਨੀ ਪੜ੍ਹਾਉਣੀ, ਵੇਦ ਸੁਣਨੇ ਸੁਣਾਉਣੇ। ਬੜੇ ਯਤਨ ਨੇ। ਉਹ ਕਹਿੰਦੇ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮਾ ਫਾਰਾ। ਸਹਿਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਰਾਜ ਭਾਗ ਭੋਗਣਾ, ਮਨ ਆਈਆਂ ਕਰਨੀਆਂ, ਹੁਕਮ ਕਰਨੇ, ਇਹ ਕੀ ਹੈ? ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ, ਮਖਮਲੀ ਗੱਦੇ, ਸੋਹਣੇ ਅਤਰ ਸੈਂਟ, ਵਧੀਆ ਟੌਰਾਂ ਲਾਉਣੀਆਂ, ਲਿਪਾ ਪੋਚੀ ਕਰਨਾ ਸਰੀਰ ਤੇ ਚਿਹਰਿਆਂ ਤੇ, ਇਹ ਕੀ ਹੈ? ਨਰਕ ਘੋਰ ਕਾ ਦੁਆਰਾ। ਫਿਰ ਕਰੇ ਕੀ ਬੰਦਾ? ਇਹ ਵੀ ਤਾਂ ਸਵਾਲ ਹੈ ਨਾ, ਵੀ ਮਿਲੂ ਕਿਵੇਂ? ਮਹਾਰਾਜ ਕਹਿੰਦੇ ਆ ਜੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਕਹੋ ਨਾਨਕ ਤਿਸ ਭਇਓ, ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ। ਧੁਰੋਂ ਵਿਸ਼ੁੰਨੀ ਕਿਉਂ ਮਿਲੈ। ਉਹ ਕਹਿੰਦੇ ਸਭ ਕਰਮਾਂ ਤੋਂ ਉੱਤਮ ਕਰਮ ਕੀ ਹੈ? ਸਾਧ ਸੰਗਤ। ਸਿਰ ਕਰਮਨ ਕਹਿ ਕਰਮਾ, ਸਭ ਤੋਂ ਉੱਤਮ ਸ੍ਰੇਸ਼ਟ ਹੈ, ਇਦੋਂ ਉੱਪਰ ਦੀ ਕਰਮ ਹੀ ਨਹੀਂ ਕੋਈ। ਜੋ ਮਹਾਰਾਜ ਨੇ ਕਹਿਤਾ ਜੀ ਕਿ ਸਭ ਤੇ ਉੱਤਮ ਹਰ ਕੀ ਕਥਾ, ਇਦੋਂ ਉੱਪਰ ਦੀ ਕਰਮ ਹੀ ਨਹੀਂ। ਨਾਮ ਸੁਨਤ ਦਰਦ ਦੁਖ ਲੱਥਾ। ਉਹ ਕਹਿੰਦੇ ਸਭ ਤੋਂ ਉੱਤਮ ਕਰਮ ਹੈ ਸਤਸੰਗਤ ਕਰਨੀ। ਕਹੋ ਨਾਨਕ ਤਿਸ ਭਇਓ, ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਹਦੇ ਕਰਮ ਧੁਰੋਂ ਚੰਗੇ ਲਿਖੇ ਆ ਨਾ, ਉਹਨਾਂ ਨੂੰ ਆ ਮਿਲਦਾ, ਨਹੀਂ ਮਿਲਦਾ ਨਹੀਂ, ਬੰਦਾ ਕਰਾਹੀ ਪਊਗਾ। ਤੇਰੋ ਸੇਵਕ ਇਹੋ ਰੰਗ ਮਾਤਾ। ਫਿਰ ਐ ਰੱਬ ਜੀ, ਤੇਰਾ ਸੇਵਕ ਜਿਹੜਾ ਹੈ ਉਹ ਤੇਰੇ ਰੰਗ ਦੇ ਵਿੱਚ ਮਸਤ ਹੈ। ਨਹੀਂ ਫਿਰ ਜਿਹੜੇ ਧੁਰੋਂ ਹੀ ਵਿਛੜੇ ਨੇ, ਉਹਨਾਂ ਦਾ ਮੇਲ ਕਿਵੇਂ ਹੋਊਗਾ? ਆ ਬਾਹਰ ਦੇ ਸਾਧਨ ਲੱਖ ਕਰੀ ਜਾਵੇ, ਧੂਣੀਆਂ ਤਾਪੀਆਂ, ਜਲ ਧਾਰੇ ਕੀਤੇ, ਤੀਰਥਾਂ ਦੇ ਇਸ਼ਨਾਨ ਕੀਤੇ, ਇਉਂ ਆਪਣੇ ਸਾਧਨਾਂ ਦੇ ਗੁਣਾਂ ਦੇ ਹੰਕਾਰ ਵਿੱਚ ਲੁੱਟੇ ਹੋਏ, ਫਿਰ ਅੰਤ ਨੂੰ ਵਿਰਲਾਪ ਕਰਦੇ ਨੇ, ਪੱਲੇ ਕੁਛ ਨਹੀਂ ਪੈਂਦਾ। ਇਹ ਨਹੀਂ ਹੈ ਕਿ ਤੀਰਥਾਂ ਤੇ ਨਾ ਜਾਈਏ, ਵਿਚਾਰ ਇਹ ਨਹੀਂ ਕਿ ਉੱਥੇ ਜਾਣਾ ਛੱਡ ਦਿਓ। ਹਰ ਇੱਕ ਧਰਮ ਦੇ ਤੀਰਥ ਸਤਿਕਾਰਯੋਗ ਨੇ, ਜਾ ਕੇ ਵੇਖਣਾ, ਪਤਾ ਹੋਵੇ ਸਾਡੇ ਧਰਮ ਦੇ ਵਿੱਚ ਆ ਸਥਾਨ ਤੇ ਕੀ ਆ। ਪਰ ਮਨ ਵਿੱਚ ਆ ਕਾਮਨਾ ਹੋਣੀ ਵੀ ਇੱਥੇ ਹੀ ਹੈ, ਐਵੇਂ ਹੋਣਾ ਹੈ, ਉਹ ਗਲਤ ਆ। ਉਹ ਹਰ ਟਾਈਮ ਪ੍ਰਗਟ ਹੈ, ਹਰ ਥਾਂ ਸਾਡੇ ਨਾਲ ਹੈ। ਜੋ ਵਿਚਾਰ ਕਰ ਰਹੇ ਸੀ ਕਿ ਦੱਖਣ ਦੇ ਸਾਰੀ ਕਾ ਵਾਸਾ, ਪੱਛਮ ਅਲੇ ਮਕਾਮਾ, ਇਹੀ ਨਾ ਸਮਝੋ ਦੱਖਣ 'ਚ ਰਹਿੰਦਾ। ਆਪਾਂ ਵੀ ਇਹੀ ਨਾ ਸਮਝੀਏ ਸਾਡਾ ਗੁਰੂ ਗੁਰਦੁਆਰੇ ਰਹਿੰਦਾ। ਬਹੁਤ ਵਾਰ ਵਿਚਾਰ ਕੀਤੀ ਆਪਾਂ ਕਿ ਜਿਹੜਾ ਸਿੱਖ
ਇਸ ਧਾਰਾ ਤੇ ਜਿਉਂਦਾ ਕਿ ਮੇਰਾ ਸਿੱਖ ਗੁਰਦੁਆਰੇ ਆ। ਵਾਹਿਗੁਰੂ ਮੇਰਾ ਗੁਰੂ ਗੁਰਦੁਆਰੇ ਆ, ਉਹ ਸਿੱਖੀ ਤੋਂ ਪਰੇ ਆ, ਉਹ ਗੁਰੂ ਦਾ ਸਿੱਖ ਨਹੀਂ ਆ। ਬਾਣੀ ਕੀ ਕਹਿੰਦੀ ਹੈ? ਗੁਰ ਮੇਰੇ ਸੰਗ ਸਦਾ ਹੈ, ਸਦਾ ਹੈ ਨਾਲੇ। ਇਹ ਵੀ ਆਪਾਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਆਪਣੇ ਤੇ ਅਪਲਾਈ ਕਰਨਾ ਆਪਾਂ, ਦੂਜੇ ਦੀ ਨਹੀਂ ਟੀਕੇ ਲਾਉਣੇ। ਕਹਿੰਦੇ ਗੁਰੂ ਨੂੰ ਪ੍ਰਗਟ ਮੰਨਣਾ ਸਿੱਖਾ ਹਰ ਜਗ੍ਹਾ, ਹਰ ਟਾਈਮ, ਹਰ ਥਾਂ। ਫਿਰ ਕਬੀਰ ਸਾਹਿਬ ਜੀ ਕਹਿੰਦੇ ਆ ਜੀ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ। ਉਹ ਤਾਂ ਘੜ ਘੜ ਦੇ ਵਿੱਚ ਵਸਦਾ, ਅੰਦਰ ਆ ਸਾਡੇ। ਲੱਭੀ ਜਾਓ ਦੱਖਣ 'ਚ ਜਾ ਕੇ, ਪੱਛਮ 'ਚ ਜਾ ਕੇ, ਪੂਰਬ 'ਚ ਜਾ ਕੇ, ਦੱਖਣ 'ਚ ਜਾ ਕੇ, ਉੱਤਰ 'ਚ ਜਾ ਕੇ, ਹਰ ਟਾਈਮ ਨਾਲ ਹੈ। ਆਪਣੀ ਮਸਤੀ 'ਚ ਜੋ ਮਰਜ਼ੀ ਕਰੋ, ਪਰ ਆਹ ਮਨ ਵਿੱਚ ਕਾਮਨਾ ਹੋਣੀ ਵੀ ਇੱਦਾਂ ਆਹ ਕਰਮ ਕਰਕੇ ਉਹ ਮਿਲ ਜੂ, ਇੱਥੇ ਆ, ਸਮਝੋ ਅਸੀਂ ਧਰਮ ਤੋਂ ਬਹੁਤ ਦੂਰ ਫਿਰਦੇ ਹਾਂ। ਪੱਲੇ ਕੁਛ ਨਹੀਂ ਪੈਣਾ, ਗਰਭ ਮੁੱਠੀ ਬਿਲ ਲਾਏ। ਇਸੇ ਮਾਣ ਦੇ ਵਿੱਚ ਬੰਦਾ ਹੰਕਾਰ ਕਰਦਾ, ਇੰਨਾ ਮਾਣ ਦੇ ਵਿੱਚ ਹੀ ਕਿ ਮੈਂ ਆਹ ਚੀਜ਼ ਕਰ ਰਿਹਾ, ਮੈਂ ਆਹ ਕਰਨਾ ਜੀ, ਮੈਂ ਉਹ ਕਰਨਾ, ਮੈਂ ਕਰ ਰਿਹਾ, ਮੈਂ ਇੰਨੇ 40 ਕੀਤੇ ਆ। ਕਰਦੇ ਆ ਲੋਕ। ਇੱਕ ਬੰਦਾ ਕਰਦਾ ਮਸਤੀ 'ਚ, ਉਹਦੀ ਮੌਜ ਠੀਕ ਹੈ। ਇੱਕ ਬੰਦਾ ਕਰਦਾ ਦਿਖਾਵੇ 'ਚ। ਹੁਣ ਇੱਕ ਮਹਾਤਮਾ ਤੁਰ ਪਿਆ, ਸ਼ਾਇਦ ਤੁਹਾਨੂੰ ਸੁਣੀ ਹੋਵੇ ਕਹਾਣੀ। ਉਹ ਪੁੱਠਾ ਲਟਕ ਗਿਆ ਜੀ ਖੂਹ ਦੇ ਵਿੱਚ ਸੰਗਲ ਪਾ ਕੇ। ਖੂਹ ਦੇ ਵਿੱਚ ਪੁੱਠਾ ਲਟਕ ਗਿਆ, ਰੱਬ ਨੂੰ ਮਿਲਣਾ, ਸੰਗਲ ਪਾ ਲੇ। ਹੁਣ ਲਟਕਿਆ, ਕੋਈ ਆ ਗਿਆ ਵਿਚਾਰਾ ਮੱਝਾਂ ਗਾਵਾਂ ਚਾਰਦਾ ਵੀਰ ਕੋਈ। ਉਹ ਕਹਿੰਦੇ ਮਹਾਤਮਾ ਕਿਉਂ ਪੁੱਠਾ ਲਟਕਿਆ? ਕਹਿੰਦਾ ਰੱਬ ਨੂੰ ਮਿਲੂੰਗਾ। ਉਹ ਕਹਿੰਦਾ ਰੱਬ ਮਿਲ ਜਾਂਦਾ ਐਵੇਂ? ਕਹਿੰਦਾ ਹਾਂ ਮਿਲੂਗਾ, ਪੁੱਠੇ ਲਟਕੇ ਤੋਂ ਰੱਬ ਮਿਲਦਾ। ਕਹਿੰਦਾ ਮੈਂ ਤਾਂ ਫਿਰ ਆਪ ਲਟਕਦਾ। ਉਹਨੇ ਸੰਗਲ ਪਾਏ ਹੋਏ ਸੀਗੇ ਤੇ ਉਹਨੇ, ਭੋਲਾ ਸੀ ਵਿਚਾਰਾ ਜੱਟ ਬੂਟ, ਉਹਨੇ ਕਿਆ ਕੀਤਾ, ਬੇੜ ਵੱਟੀ, ਸੁੱਬ ਵੱਟਿਆ, ਉਹ ਵੀ ਲਟਕ ਗਿਆ ਵਿੱਚ। ਹੁਣ ਉਹ ਸੁੱਬ ਕਿੰਨਾ ਕੁ ਟਾਈਮ ਰਹਿੰਦਾ ਜੀ? ਕਿਸੇ ਟਾਈਮ ਉਹਦੀ ਤਾਕਤ ਖਤਮ ਹੋ ਜਾਂਦੀ ਹੈ ਨਾ, ਟੁੱਟ ਜਾਂਦਾ, ਬੋਦਾ ਹੋ ਜਾਂਦਾ। ਸੰਗਲ ਥੋੜ੍ਹੀ ਟੁੱਟਣਾ ਸੀਗਾ। ਤੇ ਰੱਬ ਉਹਨੂੰ ਪਹਿਲਾਂ ਮਿਲ ਗਿਆ। ਉਹ ਪ੍ਰੇਮ 'ਚ ਲਟਕਿਆ, ਉਹ ਦਿਖਾਵੇ 'ਚ ਵੀ ਮਿਲ ਗਿਆ ਠੀਕ ਹੈ, ਨਹੀਂ ਫਿਰ ਬਾਹਰ ਨਿਕਲ ਜਾਂਗੇ। ਹੁਣ ਕਈ ਆਪਾਂ ਪੂਰਾ ਪਰਾ ਜਾਈਏ ਨਾ ਰੋਡਾਂ ਤੇ, ਸੜਕਾਂ ਤੇ, ਕਿਨਾਰਿਆਂ ਤੇ, ਕਈ ਐਸੇ ਬੈਠੇ ਨੇ ਬਣੇ ਦਿਖਾਵੇ ਦੇ। ਇੱਕ ਮਸਤ ਨੇ ਜਿਹੜੇ ਓਟ 'ਚ, ਉਹਦੀ ਮਸਤੀ 'ਚ, ਮੌਜ 'ਚ ਰਹਿੰਦੇ ਨੇ, ਆਪਦੇ ਆਪਣੇ ਆਸ਼ਿਆਨਾਂ 'ਚ, ਆਪਣੀਆਂ ਕੁਟੀਆਂ ਦੇ ਵਿੱਚ। ਇੱਕ ਉਹ ਸੜਕ ਦੇ ਕਿਨਾਰੇ ਲਟਕੇ ਹੁੰਦੇ ਆ ਵੀ ਆਉਂਦੇ ਜਾਂਦੇ ਲੋਕ ਸਾਨੂੰ ਦੇਖਣ। ਪਹਿਲਾਂ ਰੌਲਾ ਪਾਉਣਗੇ, ਫਲਾਣੇ ਬਾਬੇ ਨੇ ਆਹ ਕੀਤਾ ਜੀ, ਆਹ ਸ਼ੁਰੂ ਕਰ ਲਿਆ, ਆਪਦੇ ਚੇਲਿਆਂ ਨੂੰ ਭੇਜ ਕੇ ਲੋਕਾਂ 'ਚ, ਦੁਨੀਆ 'ਚ ਢੰਡੋਰਾ ਵਟਾ ਦੇਣਗੇ ਵੀ ਆਹ ਸਾਡੇ ਬਾਬਾ ਜੀ ਕਰਨਗੇ। ਉਹ ਦਿਖਾਵਾ, ਇੱਕ ਮਸਤੀ, ਮੌਜ। ਪਰ ਬਾਅਦ ਦੇ ਵਿੱਚ ਉਹ ਆਪਣੇ ਗਰਭ ਕਹੀਏ, ਆਪਣੇ ਮਾਣ ਹੰਕਾਰ ਦੇ ਵਿੱਚ ਗਰਭ ਮੁੱਠੀ ਬਿਲ ਲਾਏ। ਆਪਣੇ ਮਾਣ ਦੇ ਵਿੱਚ ਹੀ, ਗਰਭ ਦੇ ਵਿੱਚ ਹੀ, ਹੰਕਾਰ ਦੇ ਵਿੱਚ ਗੁਰਸਿੱਖ ਪਿਆਰਿਓ ਉਹ ਬਿਰਲਾਪ ਕਰਦੇ ਨੇ, ਬਿਲਕਦੇ ਰਹਿੰਦੇ ਨੇ। ਰੱਬ ਫਿਰ ਵੀ ਨਹੀਂ ਮਿਲਦਾ। ਉਹ ਤਾਂ ਸੰਸਾਰ 'ਚ ਆਪਣੇ ਵਿੱਚੋਂ ਹੀ, ਆਪਣੀ ਮਾਂ 'ਚੋਂ, ਭੈਣ 'ਚੋਂ, ਭਰਾ 'ਚੋਂ, ਸਾਡੇ ਪਿਓ 'ਚੋਂ, ਦੋਸਤ ਮਿੱਤਰਾਂ 'ਚੋਂ, ਸਭ ਦੇ ਵਿੱਚੋਂ, ਆਪਣੇ ਬੱਚਿਆਂ ਦੇ ਵਿੱਚ ਉਹੀ ਇੱਕੋ ਹੀ ਰੱਬ ਹੈ। ਪਰ ਭੁਲੇਖਾ ਇੰਨਾ ਕੁ ਪੈ ਗਿਆ, ਚੱਚਾ ਰਤ 'ਚ ਚਿੱਤਰ ਹੈ ਭਾਰੀ, ਚਵ ਚਿੱਤਰ ਹੈ ਚੇਤੋ ਵਿਤਕਾਰੀ, ਚਿੱਤਰ ਵਿਚਿੱਤਰ ਹੈ ਵਿਚੇਰਾ। ਇਹ ਮੂਰਤਾਂ ਜਿਹੜੀਆਂ ਬਣਾਈਆਂ ਨੇ ਨਾ ਮਾਲਕ ਨੇ, ਇੰਨੇ ਕੁ ਭੁਲੇਖੇ ਪੈ ਗਏ, ਪਤਾ ਹੀ ਨਹੀਂ ਲੱਗਦਾ। ਨਾਲੇ ਪਤਾ ਵੀ ਸਾਡੇ ਸਭ ਦੇ ਵਿੱਚ ਇੱਕ ਰੱਬ ਆ, ਫਿਰ ਵੀ ਅਸੀਂ ਇੱਕ ਦੂਜੇ ਦੇ ਨਾਲ ਘਿਰਣਾ, ਦੁਸ਼ਮਣੀਆਂ। ਗਿਆਨ ਲਈਏ ਗੁਰੂ ਤੋਂ, ਪਤਾ ਲੱਗਣਾ ਵੀ ਐਵੇਂ ਸੰਸਾਰ ਦੇ ਵਿੱਚ ਆ ਸਮਾਂ ਮਿਲਿਆ ਜਿਹੜਾ, ਖਰਾਬ ਨਾ ਕਰੀ, ਰੱਬ ਨਾਲ ਜੁੜ ਜਾ। ਆਓ ਜੀ, ਹੋਈਆਂ ਭੁੱਲਾਂ ਤੋਂ ਖਿਮਾ, ਰਹਿੰਦੀਆਂ ਵਿਚਾਰਾਂ ਦਾਤੇ ਦੀ ਕਿਰਪਾ ਦੇ ਨਾਲ ਅੱਗੇ ਵਿਚਾਰਾਂਗੇ। ਧੰਨ ਭਾਗੀਓ ਜੋ ਵੀ ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ ਆਪ ਜੀ ਪਹੁੰਚ ਕਰਕੇ ਮਹਾਰਾਜ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਦਿਓ ਜੀ। ਧੰਨਤਾ ਦੇ ਯੋਗ ਹੋ। ਸ਼ਲੋਕ ਪਾਵਨ ਗੁਰੂ ਭਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ
ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।